Attention Outlook. ਸ਼ਲੋਕ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਓ। ਸਤਿਪੁਰਖ ਉਹ ਅਕਾਲ ਪੁਰਖ ਦੀ ਜੋਤ ਜੋ ਹਰ ਥਾਂ ਅਤੇ ਹਰ ਸ਼ੈ ਦੇ ਵਿੱਚ ਵਿਆਪਕ ਹੈ, ਜਿਸ ਨੇ ਉਸ ਜੋਤ ਨੂੰ ਪਛਾਣ ਲਿਆ। ਜਿਸ ਮਨੁੱਖ ਨੇ ਸਤਿਪੁਰਖ ਨੂੰ ਜਾਣ ਲਿਆ, ਉਸੇ ਨੂੰ ਹੀ ਸਤਿਗੁਰੂ ਕਿਹਾ ਜਾਂਦਾ ਹੈ, ਸੱਚਾ ਗੁਰੂ ਕਿਹਾ ਜਾਂਦਾ ਹੈ। ਤਿਸਕੈ ਸੰਗ ਸਿੱਖ ਉਧਰੈ, ਤੇ ਜਿਹੜਾ ਸੱਚੇ ਗੁਰੂ ਦਾ ਸੰਗ ਕਰਨ ਲੱਗ ਗਿਆ, ਸਿੱਖ ਬਣ ਗਿਆ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ। ਇਸ ਲਈ ਨਾਨਕ ਹਰ ਗੁਣ ਗਾਓ। ਹੇ ਨਾਨਕ, ਉਸ ਹਰੀ ਦੇ, ਉਸ ਅਕਾਲ ਪੁਰਖ ਦੇ ਗੁਣ ਗਾਉਣੇ ਚਾਹੀਦੇ ਹਨ। ਸ਼ਲੋਕ ਵਾਲੀਆਂ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਸਾਨੂੰ ਗੁਰੂ ਸ਼ਬਦ ਦੀ ਪਰਿਭਾਸ਼ਾ ਦੇ ਦਿੱਤੀ ਹੈ ਕਿ ਗੁਰੂ ਕੌਣ ਹੈ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਿਉਂ ਕਹਿੰਦੇ ਹਾਂ? ਕਿਉਂਕਿ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਦਰਜ ਹੈ, ਉਹ ਬਾਣੀ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਹੈ, ਉਸ ਅਕਾਲ ਪੁਰਖ ਦੇ ਬਾਰੇ 'ਚ ਸਾਨੂੰ ਦੱਸਦੀ ਹੈ। ਜੇ ਗੁਰਬਾਣੀ ਅਕਾਲ ਪੁਰਖ ਨੂੰ ਜਾਣਦੀ ਹੈ, ਇਸੇ ਲਈ ਹੀ ਸਾਨੂੰ ਦੱਸ ਪਾਉਂਦੀ ਹੈ। ਤੇ ਕਿਉਂਕਿ ਗੁਰਬਾਣੀ ਅਕਾਲ ਪੁਰਖ ਨੂੰ ਜਾਣਦੀ ਹੈ, ਇਸੇ ਲਈ ਹੀ ਅਸੀਂ ਗੁਰਬਾਣੀ ਨੂੰ ਗੁਰੂ ਮੰਨਦੇ ਹਾਂ, ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਤੇ ਇਸੇ ਲਈ ਹੀ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਗੁਰੂ ਦੇ ਲੜ ਲੱਗਣਾ ਲੋਚਦੇ ਹਾਂ। ਸਾਡੇ ਗੁਰੂ ਸਾਹਿਬਾਨਾਂ ਨੇ, 10 ਗੁਰੂਆਂ ਨੇ ਸਾਨੂੰ ਇਹ ਹਦਾਇਤਾਂ ਕੀਤੀਆਂ ਨੇ ਕਿ ਗੁਰੂ ਦੇ ਲੜ ਲੱਗੋ, ਤਾਂ ਕਿ ਅਸੀਂ ਉਧਰ ਸਕੀਏ, ਤਾਂ ਕਿ ਅਸੀਂ ਵਿਕਾਰਾਂ ਤੋਂ ਬਚ ਸਕੀਏ। ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆ। ਇਹ ਜੋ ਪੂਰੀ ਅਸ਼ਟਪਦੀ ਹੈ, ਇਹਦੇ ਵਿੱਚ ਸਤਿਗੁਰੂ ਅਤੇ ਸਿੱਖ ਦੇ ਰਿਸ਼ਤੇ ਨੂੰ ਬੜੇ ਹੀ ਖੂਬਸੂਰਤ ਢੰਗ ਦੇ ਨਾਲ ਗੁਰੂ ਜੀ ਨੇ ਬਿਆਨ ਕੀਤਾ ਹੈ। ਪਹਿਲੀਆਂ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਪ੍ਰਤਪਾਲ ਤੋਂ ਭਾਵ ਰੱਖਿਆ ਕਰਨਾ। ਸਤਿਗੁਰੂ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ। ਸੇਵਕ ਕਉ ਗੁਰ ਸਦਾ ਦਇਆਲ। ਆਪਣੇ ਸੇਵਕਾਂ ਦੇ ਉੱਪਰ ਗੁਰੂ ਸਦਾ ਹੀ ਮਿਹਰਬਾਨ ਰਹਿੰਦਾ ਹੈ, ਦਿਆਲ ਰਹਿੰਦਾ ਹੈ। ਰੱਖਿਆ ਕਰਨ ਤੋਂ ਭਾਵ ਇਹ ਨਹੀਂ ਹੈ ਕਿ ਕਿਸੇ ਵੀ ਮੁਸੀਬਤ ਦੇ ਵਿੱਚ ਸਰੀਰਕ ਤੌਰ 'ਤੇ ਗੁਰੂ ਤੁਹਾਡੇ ਨਾਲ ਹੋਏਗਾ ਤੇ ਤੁਹਾਨੂੰ ਉਸ ਮੁਸੀਬਤ ਦੇ ਵਿੱਚੋਂ ਕੱਢ ਲਏਗਾ। ਬਹੁਤ ਸਾਰੀਆਂ ਪਰਿਸਥਿਤੀਆਂ ਅਜਿਹੀਆਂ ਬਣ ਵੀ ਸਕਦੀਆਂ ਨੇ ਜਿੱਥੇ ਸਰੀਰਕ ਤੌਰ 'ਤੇ ਗੁਰੂ ਤੁਹਾਡੀ ਸਹਾਇਤਾ ਕਰ ਸਕੇ, ਪਰ ਗੁਰੂ ਤੇ ਗ੍ਰੰਥ ਸਾਹਿਬ ਜੀ ਵੀ ਹਨ ਜੋ ਸਰੀਰਕ ਤੌਰ 'ਤੇ ਸਾਡੀ ਸਹਾਇਤਾ ਨਹੀਂ ਕਰ ਸਕਦੇ, ਪਰ ਫਿਰ ਵੀ ਉਹ ਸਾਡੇ ਗੁਰੂ ਹਨ, ਕਿਉਂਕਿ ਉਹ ਸਾਨੂੰ ਮਾਨਸਿਕ ਤੌਰ 'ਤੇ ਅਜਿਹਾ ਬਲ ਪ੍ਰਦਾਨ ਕਰਦੇ ਹਨ ਕਿ ਅਸੀਂ ਕਿਸੇ ਵੀ ਮੁਸੀਬਤ ਦੇ ਨਾਲ ਲੜ ਸਕਦੇ ਹਾਂ, ਕਿਸੇ ਵੀ ਮੁਸੀਬਤ ਤੋਂ ਜਿੱਤ ਸਕਦੇ ਹਾਂ। ਕਿਹੋ ਜਿਹਾ ਵੀ ਸਮਾਂ ਸਾਡੇ 'ਤੇ ਹੋਵੇ, ਦੁੱਖ ਦੀ ਘੜੀ ਹੋਵੇ, ਸੁੱਖ ਦੀ ਘੜੀ ਹੋਵੇ, ਹਰ ਵਕਤ ਗੁਰੂ ਸਾਹਿਬ ਵੱਲੋਂ ਮਿਲੀਆਂ ਹੋਈਆਂ ਸਿੱਖਿਆਵਾਂ ਸਾਡੀ ਰੱਖਿਆ ਕਰਦੀਆਂ ਨੇ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰੂ ਸਿੱਖ ਦੀ ਭੈੜੀ ਮੱਤ ਰੂਪੀ ਮੈਲ ਦੂਰ ਕਰ ਦਿੰਦਾ ਹੈ। ਗੁਰਬਾਣੀ ਦੇ ਵਿੱਚ ਅਜਿਹੀ ਤਾਕਤ ਹੈ ਕਿ ਸਾਡੇ ਮਨ 'ਤੇ ਲੱਗੀ ਹੋਈ ਵਿਕਾਰਾਂ ਦੀ ਮੈਲ, ਭੈੜੀ ਮੱਤ ਦੀ ਮੈਲ ਉਤਾਰ ਦਿੰਦੀ ਹੈ। ਗੁਰਬਚਨੀ ਹਰ ਨਾਮ ਉਚਰੈ। ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਕੇ, ਗੁਰੂ ਦੇ ਉਪਦੇਸ਼ ਦੇ ਰਾਹੀਂ ਅਸੀਂ ਪ੍ਰਭੂ ਦਾ ਨਾਮ ਉਚਾਰਦੇ ਹਾਂ, ਸਿਮਰਦੇ ਹਾਂ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਗੁਰੂ ਆਪਣੇ ਸਿੱਖ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ, ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ ਰੂਪੀ ਧਨ
ਬਖਸ਼ਦਾ ਹੈ। ਇਸੇ ਲਈ ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ। ਉਹਦੇ ਖੁਸ਼ੀ ਦੇ ਪਲਾਂ ਨੂੰ ਵੀ ਸਵਾਰ ਦਿੰਦਾ ਹੈ, ਉਹਦੇ ਦੁੱਖ ਦੇ ਪਲਾਂ ਨੂੰ ਵੀ ਸਵਾਰ ਦਿੰਦਾ ਹੈ, ਉਹਦੇ ਲੋਕ ਨੂੰ ਵੀ ਤੇ ਪਰਲੋਕ ਨੂੰ ਵੀ ਸਵਾਰ ਦਿੰਦਾ ਹੈ। ਸਵਾਰ ਦੇਣ ਤੋਂ ਭਾਵ ਆਪਣੇ ਸਿੱਖ ਨੂੰ ਗੁਰੂ ਅਜਿਹੀਆਂ ਸਿੱਖਿਆਵਾਂ ਦਿੰਦਾ ਹੈ, ਅਜਿਹਾ ਮਾਨਸਿਕ ਬਲ ਦਿੰਦਾ ਹੈ ਕਿ ਭਾਵੇਂ ਸੁੱਖ ਹੋਵੇ ਤੇ ਭਾਵੇਂ ਦੁੱਖ ਹੋਵੇ, ਗੁਰੂ ਦਾ ਸਿੱਖ ਸਦਾ ਹੀ ਸਥਿਰਤਾ ਵਿੱਚ ਰਹਿੰਦਾ ਹੈ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਸਮਾਰੈ ਤੋਂ ਭਾਵ ਯਾਦ ਕਰਨਾ। ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਕਰਦਾ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਗੁਰ ਕੈ ਗ੍ਰਹਿ ਤੋਂ ਭਾਵ ਗੁਰੂ ਦਾ ਘਰ, ਗੁਰੂ ਦਾ ਦਰ, ਜਿੱਥੇ ਗੁਰੂ ਸੁਸ਼ੋਭਿਤ ਹੈ। ਹਰ ਉਹ ਜਗ੍ਹਾ ਜਿੱਥੇ ਗੁਰੂ ਸੁਸ਼ੋਭਿਤ ਹੈ ਉਹਨੂੰ ਗੁਰੂ ਕਾ ਗ੍ਰਹਿ ਕਹਿ ਸਕਦੇ ਹਾਂ, ਗੁਰੂ ਘਰ ਕਹਿ ਸਕਦੇ ਹਾਂ। ਜੋ ਸੇਵਕ ਗੁਰੂ ਦੇ ਘਰ ਵਿੱਚ ਰਹਿੰਦਾ ਹੈ ਸਿੱਖਿਆ ਦੀ ਖਾਤਰ, ਹੋਰ ਕੋਈ ਲਾਲਸਾ ਦੀ ਖਾਤਰ ਨਹੀਂ, ਸਿੱਖਿਆ ਦੀ ਖਾਤਰ ਜੋ ਸੇਵਕ ਗੁਰੂ ਦੇ ਘਰ ਵਿੱਚ ਰਹਿੰਦਾ ਹੈ, ਜੋ ਸੇਵਕ ਗੁਰੂ ਦੇ ਹੁਕਮ ਨੂੰ ਆਪਣੇ ਮਨ ਵਿੱਚ ਮੰਨਦਾ ਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਛ ਨਾ ਜਨਾਵੈ। ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ, ਗੁਰੂ ਨੂੰ ਵੱਡਾ ਮੰਨਦਾ ਹੈ। ਹਰ ਹਰ ਨਾਮ ਹਿਰਦੈ ਸਦ ਧਿਆਵੈ। ਪ੍ਰਭੂ ਦਾ ਨਾਮ ਜੋ ਸਦਾ ਹੀ ਹਿਰਦੇ ਵਿੱਚ ਧਿਆਉਂਦਾ ਹੈ। ਅੱਜ ਦੇ ਹਾਲਾਤਾਂ ਤੇ ਜੇਕਰ ਅਸੀਂ ਝਾਤ ਮਾਰੀਏ, ਬਹੁਤ ਸਾਰੇ ਗੁਰੂ ਘਰ ਵੀ ਅਜਿਹੇ ਹੋਣਗੇ ਤੇ ਕਈ ਸਾਰੇ ਡੇਰੇ ਤੇ ਅਜਿਹੇ ਹਨ ਹੀ ਜਿੱਥੇ ਗੁਰੂ ਸਾਹਿਬ ਸੁਸ਼ੋਭਿਤ ਹਨ, ਪਰ ਡੇਰੇ ਦੇ ਡੇਰੇਦਾਰ ਜੋ ਹਨ, ਡੇਰੇ ਦੇ ਪ੍ਰਧਾਨ ਜੋ ਹਨ, ਗੁਰੂ ਘਰਾਂ ਦੇ ਰਖਵਾਲੇ ਜੋ ਹਨ, ਉਹ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦੇ ਨੇ। ਉਹ ਗੁਰੂ ਦੀ ਗੱਲ ਨਹੀਂ ਕਰਦੇ, ਉਹ ਆਪਣੀ ਹੀ ਗੱਲ ਕਰਦੇ ਨੇ। ਹਾਲਾਂਕਿ ਉਹ ਗੁਰੂ ਦੇ ਘਰ ਵਿੱਚ ਰਹਿ ਰਹੇ ਨੇ, ਕਿਉਂਕਿ ਜਿੱਥੇ ਵੀ ਗੁਰੂ ਸੁਸ਼ੋਭਿਤ ਹੈ ਉਹ ਗੁਰੂ ਦਾ ਘਰ ਹੈ ਤੇ ਉੱਥੇ ਗੁਰੂ ਹੀ ਵੱਡਾ ਹੈ। ਸਾਡੀ ਇਹ ਤਰਾਸਦੀ ਹੈ ਕਿ ਸਾਨੂੰ ਅਜਿਹੇ ਪ੍ਰਧਾਨ, ਅਜਿਹੇ ਲੋਕ ਮਿਲੇ ਨੇ ਜੋ ਗੁਰੂ ਸਾਹਿਬ ਤੋਂ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਜਾਂਦੇ ਨੇ, ਜੋ ਆਪਣੀ ਚੌਧਰ ਚਲਾਉਣਾ ਚਾਹੁੰਦੇ ਨੇ, ਜੋ ਗੁਰੂ ਦੇ ਹੁਕਮ ਨਾਲੋਂ ਆਪਣੇ ਹੁਕਮ ਨੂੰ ਮਨਾਉਣਾ ਚਾਹੁੰਦੇ ਨੇ। ਉਹ ਗੁਰੂ ਦੇ ਘਰ ਵਿੱਚ ਤੇ ਰਹਿੰਦੇ ਨੇ, ਪਰ ਉਹਨਾਂ ਨੂੰ ਅਸੀਂ ਗੁਰੂ ਦੇ ਸੇਵਕ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਦਾ ਸੇਵਕ ਤਾਂ ਗੁਰੂ ਨੂੰ ਹੀ ਉੱਚਾ ਮੰਨਦਾ ਹੈ, ਗੁਰੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਮੰਨਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹੜੇ ਸੇਵਕ ਨੇ ਆਪਣਾ ਮਨ ਗੁਰੂ ਦੇ ਅੱਗੇ ਵੇਚ ਦਿੱਤਾ, ਗੁਰੂ ਦੇ ਅੱਗੇ ਨਿਸ਼ਾਵਰ ਕਰ ਦਿੱਤਾ ਕਿ ਹੇ ਗੁਰੂ ਸਾਹਿਬ, ਮੇਰਾ ਮਨ ਮੇਰਾ ਨਹੀਂ ਹੈ, ਮੈਂ ਆਪਣਾ ਮਨ ਤੁਹਾਨੂੰ ਦਿੰਦਾ ਹਾਂ, ਇਹਦੇ ਵਿੱਚ ਤੁਸੀਂ ਸਿੱਖਿਆਵਾਂ ਭਰੋ। ਉਹਦੇ ਸਾਰੇ ਕਾਰਜ ਰਾਸ ਵੀ ਹੋ ਜਾਂਦੇ ਨੇ, ਉਹਨੂੰ ਦੁਨਿਆਵੀ ਲਾਲਸਾਵਾਂ ਰਹਿ ਹੀ ਨਹੀਂ ਜਾਂਦੀਆਂ। ਉਹਦਾ ਕੋਈ ਕੰਮ ਸਰੀਰਕ ਤੌਰ 'ਤੇ ਨਾ ਵੀ ਪੂਰਾ ਹੋਵੇ ਤਾਂ ਵੀ ਉਹਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ, ਕਿਉਂਕਿ ਪ੍ਰਮਾਤਮਾ ਦੀ ਰਜ਼ਾ ਦਾ, ਪ੍ਰਮਾਤਮਾ ਦੇ ਹੁਕਮ ਦਾ ਉਹਨੂੰ ਗਿਆਨ ਹੋ ਜਾਂਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਜੋ ਸੇਵਕ ਗੁਰੂ ਦੀ ਸੇਵਾ ਕਰਦਾ ਹੋਇਆ ਨਿਹਕਾਮੀ ਹੋ ਜਾਂਦਾ ਹੈ, ਕਿਸੇ ਫਲ ਦੀ ਖਾਹਿਸ਼ ਨਹੀਂ ਕਰਦਾ, ਇੱਛਾ ਨਹੀਂ ਰੱਖਦਾ, ਉਸ ਨੂੰ ਮਾਲਕ ਪ੍ਰਭੂ ਖੁਦ ਮਿਲ ਪੈਂਦਾ ਹੈ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜਿਸ ਮਨੁੱਖ ਦੇ ਉੱਪਰ ਪ੍ਰਮਾਤਮਾ ਖੁਦ ਆਪਣੀ ਮਿਹਰ ਕਰੇ, ਹੇ ਨਾਨਕ, ਉਹੀ ਸੇਵਕ ਬਣਦਾ ਹੈ ਤੇ ਉਹੀ ਗੁਰੂ ਦੇ ਪਾਸੋਂ ਗੁਰੂ ਦੀ ਮੱਤ ਲੈਂਦਾ ਹੈ। ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਗੁਰੂ ਦੇ ਲੜ ਵੀ ਅਸੀਂ ਨਹੀਂ ਲੱਗ ਪਾਉਂਦੇ, ਕਿਉਂਕਿ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਵੀ ਸਾਡੇ ਅੰਦਰ ਪ੍ਰਮਾਤਮਾ ਹੀ ਪੈਦਾ ਕਰਦਾ ਹੈ। 20 ਬਿਸਬੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸ਼ਰਧਾ ਦਾ ਸੰਪੂਰਨ ਯਕੀਨ ਦਿਵਾ ਦੇਵੇ,
20 ਵਿਸਵੇ ਤੋਂ ਭਾਵ ਪੂਰੇ ਤੌਰ ਤੇ ਆਪਣੇ ਗੁਰੂ ਨੂੰ ਇਹ ਯਕੀਨ ਦਿਵਾ ਦੇਵੇ ਕਿ ਮੇਰੀ ਤੁਹਾਡੇ ਵਿੱਚ ਸ਼ਰਧਾ ਹੈ, ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਤੇ ਪੂਰੇ ਤੌਰ ਤੇ ਯਕੀਨ ਝੂਠਾ ਨਹੀਂ ਦਿਵਾਉਣਾ। ਇਹ ਨਹੀਂ ਹੈ ਕਿ ਤੁਹਾਡਾ ਯਕੀਨ ਗੁਰੂ ਦੇ ਵਿੱਚ ਹੈ ਨਹੀਂ, ਪਰ ਤੁਸੀਂ ਸਿਰਫ ਉਹਨੂੰ ਯਕੀਨ ਦਿਵਾ ਲਵੋ ਕਿ ਮੇਰਾ ਯਕੀਨ ਹੈ। ਉਹ ਯਕੀਨ ਅਸਲ ਦੇ ਵਿੱਚ ਹੋਣਾ ਚਾਹੀਦਾ। ਸੰਪੂਰਨ ਤੌਰ ਤੇ ਗੁਰੂ ਨੂੰ ਆਪਣੀ ਸ਼ਰਧਾ ਦਾ ਯਕੀਨ ਤੁਸੀਂ ਤਾਂ ਹੀ ਦਿਵਾ ਸਕਦੇ ਹੋ ਜਦੋਂ ਤੁਹਾਡੇ ਅੰਦਰ ਸੰਪੂਰਨ ਸ਼ਰਧਾ ਹੋਵੇ। ਜੇਕਰ ਨਾ ਹੋਵੇ ਤਾਂ ਯਾਦ ਰੱਖੀਏ ਕਿ ਗੁਰੂ ਸਾਡੇ ਤੋਂ ਉੱਚਾ ਹੈ, ਸਾਡੇ ਮਨ ਦੀ ਅਵਸਥਾ ਨੂੰ ਉਹ ਪੜ੍ਹ ਸਕਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਇੱਕ ਵਾਰ ਫਿਰ ਤੋਂ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਉਹ ਸਤਿਗੁਰੂ ਹੈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ। ਅਨੇਕ ਬਾਰ ਗੁਰ ਕਉ ਬਲ ਜਾਓ, ਤੇ ਮੈਂ ਅਨੇਕਾਂ ਵਾਰ ਅਜਿਹੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ। ਸਰਬ ਨਿਧਾਨ ਜੀ ਕਾ ਦਾਤਾ। ਅਜਿਹਾ ਗੁਰੂ ਸਾਰੇ ਹੀ ਖਜ਼ਾਨੇ ਅਤੇ ਜਿੰਦ ਦਾ ਦਾਤਾ ਹੈ। 8 ਪਹਿਰ ਪਾਰ ਬ੍ਰਹਮ ਰੰਗ ਰਾਤਾ। ਉਹ 8 ਪਹਿਰ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਬ੍ਰਹਮ ਮਹਿ ਜਨ, ਜਨ ਮਹਿ ਪਾਰ ਬ੍ਰਹਮ। ਏਕੈ ਆਪ ਨਹੀਂ ਕਛ ਪਰ। ਜਨ ਤੋਂ ਭਾਵ ਪ੍ਰਮਾਤਮਾ ਦਾ ਸੇਵਕ। ਬ੍ਰਹਮ ਮਹਿ ਜਨ, ਜੋ ਪ੍ਰਮਾਤਮਾ ਦਾ ਸੇਵਕ ਹੈ, ਉਹਨੇ ਆਪਣੀ ਸੁਰਤ ਨੂੰ ਬ੍ਰਹਮ ਦੇ ਵਿੱਚ ਟਿਕਾਇਆ ਹੋਇਆ ਹੈ, ਪ੍ਰਮਾਤਮਾ ਦੇ ਵਿੱਚ ਟਿਕਾਇਆ ਹੋਇਆ ਹੈ। ਤੇ ਜਨਮ ਹੈ ਪਾਰ ਬ੍ਰਹਮ, ਪ੍ਰਮਾਤਮਾ ਆਪਣੇ ਸੇਵਕ ਦੇ ਵਿੱਚ ਟਿਕਿਆ ਹੋਇਆ ਹੈ। ਸੋ ਸੌਖੇ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸੇਵਕ ਦੇ ਵਿੱਚ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਵਿੱਚ ਸੇਵਕ ਦੀ ਸੁਰਤ ਹੈ। ਇੱਕ ਹੈ ਆਪ ਨਹੀਂ ਕਛ ਭਰਮ। ਪ੍ਰਮਾਤਮਾ ਦਾ ਸੇਵਕ ਤੇ ਪ੍ਰਮਾਤਮਾ ਦੋਨੋਂ ਇੱਕ ਹੀ ਹਨ, ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਇਸ ਗੱਲ ਦਾ ਸਾਨੂੰ ਕੋਈ ਸੰਦੇਹ ਵੀ ਨਹੀਂ ਹੈ। ਸਹਿਸ ਸਿਆਣਪ ਲਿਆ ਨਾ ਜਾਈਏ। ਗੁਰੂ ਮਿਲਣਾ ਕਿਵੇਂ ਹੈ? ਜੇਕਰ ਅਸੀਂ ਹਜ਼ਾਰਾਂ ਚਤੁਰਾਈਆਂ ਕਰ ਲਈਏ, ਸੈਂਕੜੇ ਚਤੁਰਾਈਆਂ ਕਰ ਲਈਏ, ਅਸੀਂ ਗੁਰੂ ਨੂੰ ਹਾਸਿਲ ਨਹੀਂ ਕਰ ਸਕਦੇ। ਗੁਰੂ ਚਤੁਰਾਈਆਂ ਨਾਲ ਨਹੀਂ ਮਿਲਦਾ। ਨਾਨਕ ਐਸਾ ਗੁਰ ਵਡਭਾਗੀ ਪਾਈ। ਹੇ ਨਾਨਕ, ਗੁਰੂ ਤਾਂ ਵੱਡੇ ਭਾਗਾਂ ਨਾਲ ਮਿਲਦਾ ਹੈ ਤੇ ਭਾਗ ਪ੍ਰਮਾਤਮਾ ਨੇ ਸਾਡੇ ਜਗਾਉਣੇ ਨੇ। ਜਿਸ ਮਨੁੱਖ ਤੇ ਪ੍ਰਮਾਤਮਾ ਆਪਣੀ ਮਿਹਰ ਕਰਦਾ ਹੈ, ਗੁਰੂ ਉਸੇ ਨੂੰ ਹੀ ਨਸੀਬ ਹੁੰਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। ਗੁਰੂ ਦਾ ਦੀਦਾਰ ਸਾਰੇ ਫਲ ਦੇਣ ਵਾਲਾ ਹੈ। ਗੁਰੂ ਦਾ ਦੀਦਾਰ ਕਰਕੇ ਰੂਹ ਪਵਿੱਤਰ ਹੋ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ। ਗੁਰੂ ਦੇ ਚਰਨ ਛੋਹਿਆਂ ਅਸੀਂ ਉੱਚੀ ਆਤਮਿਕ ਅਵਸਥਾ ਹਾਸਲ ਕਰਦੇ ਹਾਂ। ਚਰਨ ਅਸੀਂ ਉਸ ਦੇ ਛੋਹਦੇ ਹਾਂ ਜਿਹਨੂੰ ਅਸੀਂ ਆਪਣੇ ਤੋਂ ਵੱਡਾ ਸਮਝਦੇ ਹਾਂ। ਤੇ ਜਦੋਂ ਅਸੀਂ ਕਿਸੇ ਦੂਜੇ ਨੂੰ ਆਪਣੇ ਤੋਂ ਵੱਡਾ ਸਮਝਦੇ ਹਾਂ, ਭਾਵ ਅਸੀਂ ਆਪਣੇ ਮਨ ਨੂੰ ਨੀਵਾਂ ਕਰਦੇ ਹਾਂ, ਆਪਣੀ ਹਉਮੈ ਨੂੰ ਨੀਵਾਂ ਕਰ ਲੈਂਦੇ ਹਾਂ। ਜਦੋਂ ਹਉਮੈ ਨੀਵੀਂ ਹੋ ਗਈ, ਸਾਡੇ ਤੇ ਪ੍ਰਮਾਤਮਾ ਦੇ ਵਿਚਾਲੇ ਜੋ ਰੋੜਾ ਹੁੰਦਾ ਹੈ ਉਹ ਹਟ ਜਾਂਦਾ ਹੈ। ਸਾਡੀ ਪ੍ਰਮਾਤਮਾ ਦੇ ਨਾਲ ਸਿੱਧੀ ਗੱਲਬਾਤ ਹੋ ਜਾਂਦੀ ਹੈ। ਗੁਰੂ ਸਾਹਿਬ ਨੂੰ ਅਸੀਂ ਮੱਥਾ ਕਿਉਂ ਟੇਕਦੇ ਹਾਂ? ਕਿਉਂਕਿ ਅਸੀਂ ਉਹਨਾਂ ਨੂੰ ਉੱਚਾ ਸਮਝਦੇ ਹਾਂ। ਮੱਥਾ ਟੇਕਣਾ ਸਿਰਫ ਇੱਕ ਸਰੀਰਕ ਪ੍ਰਕਿਰਿਆ ਨਹੀਂ ਹੋਣੀ ਚਾਹੀਦੀ, ਮਾਨਸਿਕ ਪ੍ਰਕਿਰਿਆ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਦੇ ਅੱਗੇ ਸੀਸ ਝੁਕਾਈਏ, ਉਹਨਾਂ ਦੇ ਅੱਗੇ ਧਰਤੀ ਨੂੰ ਛੋਹੀਏ ਤਾਂ ਮਨ ਦੇ ਵਿੱਚ ਇੱਕ ਖਿਆਲ ਹੋਣਾ ਚਾਹੀਦਾ ਹੈ ਕਿ ਅਸੀਂ ਨੀਵੇਂ ਹਾਂ, ਗੁਰੂ ਉੱਚਾ ਹੈ। ਤਾਂ ਹੀ ਸਾਡਾ ਮੱਥਾ ਟੇਕੇ ਦਾ ਫਾਇਦਾ ਹੈ। ਜੇਕਰ ਅਸੀਂ ਸਿਰਫ ਸਰੀਰਕ ਪ੍ਰਕਿਰਿਆ ਕਰ ਰਹੇ ਹਾਂ ਤਾਂ ਉਹ ਉਨੀ ਲਾਭਦਾਇਕ ਨਹੀਂ ਹੈ। ਜੇ ਸਹੀ ਤੌਰ ਤੇ ਅਸੀਂ ਮਾਨਸਿਕ ਤੌਰ ਤੇ ਗੁਰੂ ਨੂੰ ਮੱਥਾ ਟੇਕੀਏ, ਉਹਨਾਂ ਦੇ ਚਰਨ ਸਪਰਸ਼ ਕਰੀਏ, ਸਾਡੀ ਆਤਮਿਕ ਅਵਸਥਾ ਵੀ ਉੱਚੀ ਹੋ ਜਾਂਦੀ ਹੈ। ਸਾਡੇ ਜੀਵਨ ਦੀ ਰਹੁ ਰੀਤ ਵੀ ਸੁੱਚੀ ਹੋ ਜਾਂਦੀ ਹੈ, ਨਿਰਮਲ ਹੋ ਜਾਂਦੀ ਹੈ। ਭੇਟਤ ਸੰਗ RAM ਗੁਣ ਰਵੇ,
ਪਾਰ ਬ੍ਰਹਮ ਕੀ ਦਰਗਾਹ ਗਵੇ। ਗੁਰੂ ਦੀ ਸੰਗਤ ਵਿੱਚ ਰਿਹਾ ਪ੍ਰਭੂ ਦੇ ਗੁਣ ਗਾ ਸਕੀਦੇ ਹਨ ਤੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪਹੁੰਚ ਹੋ ਜਾਂਦੀ ਹੈ। ਸੁਣ ਕਰ ਬਚਨ ਕਰਨ ਅਕਾਨੇ, ਮਨ ਸੰਤੋਖ ਆਤਮ ਪਤੀਆਨੇ। ਅਸੀਂ ਸਾਰੇ ਗੁਰੂ ਘਰ ਜਾਂਦੇ ਹਾਂ। ਬਹੁਤ ਵਾਰ ਗੁਰੂ ਘਰ ਦੇ ਵਿੱਚ ਕੀਰਤਨ ਹੋ ਰਿਹਾ ਹੁੰਦਾ ਹੈ ਤੇ ਯਕੀਨ ਮੰਨਿਓ, ਜੇਕਰ ਅਸੀਂ ਪੂਰੇ ਮਨ ਦੇ ਨਾਲ ਕੀਰਤਨ ਨੂੰ ਸੁਣੀਏ ਤੇ ਵਾਕਈ ਲੱਗਦਾ ਹੈ ਕਿ ਜਿਵੇਂ ਕੰਨ ਰੱਜ ਗਏ ਹੋਣ, ਜਿਵੇਂ ਆਤਮਾ ਤ੍ਰਿਪਤ ਹੋ ਗਈ ਹੋਵੇ। ਸਮਾਂ ਰੁਕ ਜਾਂਦਾ ਹੈ, ਮਨ ਦੇ ਸਾਰੇ ਵਲਵਲੇ ਖਤਮ ਹੋ ਜਾਂਦੇ ਨੇ, ਪਰਮ ਸ਼ਾਂਤੀ ਅਸੀਂ ਮਹਿਸੂਸ ਕਰਦੇ ਹਾਂ। ਤੇ ਜੇਕਰ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਬੈਠੇ ਰਹੀਏ, ਕੀਰਤਨ ਚੱਲ ਰਿਹਾ ਹੈ, ਆਪਣੇ ਮਨ ਨੂੰ ਕਿਤੇ ਹੋਰ ਹੀ ਲੈ ਕੇ ਫਿਰਦੇ ਰਹੀਏ, ਤਾਂ ਇਹ ਸਾਰਾ ਕੁਝ ਅਸੀਂ ਮਿਸ ਕਰ ਦਿੰਦੇ ਹਾਂ, ਗਵਾ ਦਿੰਦੇ ਹਾਂ। ਆਪਣਾ ਸਮਾਂ ਵੀ ਦਿੱਤਾ, ਗੁਰੂ ਦੀ ਸੰਗਤ ਵਿੱਚ ਵੀ ਗਏ, ਪਰ ਮਨ ਜਦੋਂ ਉੱਥੇ ਟਿਕਾਇਆ ਹੀ ਨਹੀਂ ਤਾਂ ਉਹ ਸਮਾਂ ਲੇਖੇ ਹੀ ਨਹੀਂ ਲੱਗਦਾ। ਸੋ ਗੁਰੂ ਦੀ ਸੰਗਤ ਦੇ ਵਿੱਚ ਜੁੜੀਏ ਤਾਂ ਗੁਰੂ ਦੇ ਬਚਨਾਂ ਨੂੰ ਸੁਣੀਏ ਤੇ ਸਮਝੀਏ। ਸੁਣ ਕਰ ਬਚਨ ਕਰਨ ਅਕਾਨੇ, ਅਕਾਨੇ ਤੋਂ ਭਾਵ ਰੱਜ ਜਾਣਾ। ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਨੇ। ਮਨ ਸੰਤੋਖ ਆਤਮ ਪਤੀਆਨੇ, ਮਨ ਦੇ ਵਿੱਚ ਸੰਤੋਖ ਆ ਜਾਂਦਾ ਹੈ, ਆਤਮਾ ਪਤੀਜ ਜਾਂਦੀ ਹੈ। ਪੂਰਾ ਗੁਰ ਅਖਿਓ ਜਾਕਾ ਮੰਤਰ। ਸਤਿਗੁਰੂ ਪੂਰਨ ਪੁਰਖ ਹੈ, ਉਹਦਾ ਉਪਦੇਸ਼ ਵੀ ਸਦਾ ਦੇ ਲਈ ਅਟੱਲ ਹੈ। ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਜਿਸ ਵੱਲ ਆਪਣੀ ਅੰਮ੍ਰਿਤ ਦ੍ਰਿਸ਼ਟੀ ਗੁਰੂ ਕਰਦਾ ਹੈ, ਉਹ ਮਨੁੱਖ ਵੀ ਸੰਤ ਹੋ ਜਾਂਦਾ ਹੈ। ਗੁਣ ਬੇਅੰਤ ਕੀਮਤ ਨਹੀਂ ਪਾਏ। ਗੁਰੂ ਦੇ ਗੁਣ ਬੜੇ ਹੀ ਬੇਅੰਤ ਹਨ, ਉਹਨਾਂ ਦਾ ਕੋਈ ਅੰਤ ਨਹੀਂ ਹੈ। ਅਸੀਂ ਉਹਨਾਂ ਦਾ ਕੋਈ ਮੁੱਲ ਵੀ ਨਹੀਂ ਪਾ ਸਕਦੇ। ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਹੇ ਨਾਨਕ, ਜਿਸ ਤੋਂ ਪ੍ਰਭੂ ਖੁਸ਼ ਹੋ ਜਾਂਦਾ ਹੈ, ਜੋ ਮਨੁੱਖ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਸੇ ਨੂੰ ਹੀ ਗੁਰੂ ਦੇ ਨਾਲ ਮਿਲਾਉਂਦਾ ਹੈ। ਜਿਹਬਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਵਿਵੇਕ। ਉਹ ਪ੍ਰਭੂ ਪੂਰਨ ਪੁਰਖ ਹੈ, ਸਦਾ ਥਿਰ ਵਿਆਪਕ ਹੈ। ਉਸ ਪ੍ਰਭੂ ਦੇ ਗੁਣ ਅਨੇਕਾਂ ਹਨ। ਉਸਤਤ ਅਨੇਕ, ਜਿਹਬਾ ਏਕ, ਪਰ ਮਨੁੱਖ ਦੀ ਜੀਵ ਸਿਰਫ ਇੱਕ ਹੀ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ। ਆਪਣੇ ਸ਼ਬਦਾਂ ਦੇ ਨਾਲ ਮਨੁੱਖ ਪ੍ਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦਾ। ਅਸੀਂ ਬੋਲ ਕੇ ਪ੍ਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੇ। ਪ੍ਰਭੂ ਸਾਡੀ ਪਹੁੰਚ ਤੋਂ ਪਰੇ ਹੈ। ਉਹ ਵਾਸ਼ਨਾ ਰਹਿਤ ਵੀ ਹੈ। ਸਾਡੇ ਸਰੀਰਕ ਇੰਦਰੀਆਂ ਦੀ ਪਹੁੰਚ ਵੀ ਉਸ ਪ੍ਰਮਾਤਮਾ ਤੱਕ ਨਹੀਂ ਹੈ। ਸਾਡੇ ਮਨ ਦੀ ਪਹੁੰਚ ਉਸ ਪ੍ਰਮਾਤਮਾ ਤੱਕ ਹੈ। ਅਸੀਂ ਆਪਣੇ ਮਨ ਨੂੰ ਉਸ ਪ੍ਰਮਾਤਮਾ ਦੇ ਨਾਲ ਜੋੜ ਸਕਦੇ ਹਾਂ। ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੈ ਨਾ ਪਾਈ। ਪ੍ਰਭੂ ਨਿਰਾਹਾਰ ਹੈ, ਉਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ। ਨਿਰਵੈਰ ਹੈ, ਉਹਦਾ ਕਿਸੇ ਨਾਲ ਵੀ ਕੋਈ ਵੈਰ ਨਹੀਂ। ਤੇ ਸੁਖਦਾਈ ਹੈ, ਭਾਵ ਸਭਨਾਂ ਨੂੰ ਸੁੱਖ ਦੀ ਦਾਤ ਦੇਣ ਵਾਲਾ ਹੈ। ਉਸ ਪ੍ਰਮਾਤਮਾ ਦੀ ਕੀਮਤ ਕਿਸੇ ਨੇ ਵੀ ਨਹੀਂ ਪਾਈ ਤੇ ਨਾ ਹੀ ਕੋਈ ਪਾ ਸਕਦਾ ਹੈ। ਅਨਿਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਅਨੇਕਾਂ ਹੀ ਭਗਤ ਉਸ ਪ੍ਰਮਾਤਮਾ ਦੀ ਬੰਦਗੀ ਹਰ ਰੋਜ਼ ਕਰਦੇ ਨੇ। ਉਸ ਪ੍ਰਮਾਤਮਾ ਨੂੰ ਨਮਸਕਾਰ ਹਰ ਰੋਜ਼ ਕਰਦੇ ਨੇ। ਪ੍ਰਮਾਤਮਾ ਦੇ ਕਮਲਾਂ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਿਮਰਦੇ ਨੇ। ਸਦ ਬਲਿਹਾਰੀ ਸਤਿਗੁਰ ਆਪਣੇ। ਗੁਰੂ ਜੀ ਕਹਿੰਦੇ, ਮੈਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਿਹਾਰੇ ਜਾਂਦਾ ਹਾਂ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਹੇ ਨਾਨਕ, ਉਹ ਗੁਰੂ ਜਿਹਦੀ ਕਿਰਪਾ ਦੇ ਨਾਲ ਮੈਂ ਅਜਿਹੇ ਬੇਅੰਤ ਪ੍ਰਮਾਤਮਾ ਦਾ ਨਾਮ ਜਪ ਪਾਉਂਦਾ ਹਾਂ। ਮੈਂ ਸਦਾ ਹੀ ਆਪਣੇ ਉਸ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ। ਇਹ ਹਰ ਰਸ ਪਾਵੈ ਜਨ ਕੋਇ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਪ੍ਰਮਾਤਮਾ ਦੇ ਨਾਮ ਰੂਪੀ ਰਸ ਕੋਈ ਵਿਰਲਾ ਮਨੁੱਖ ਹੀ ਮਾਣਦਾ ਹੈ, ਕੋਈ ਵਿਰਲਾ ਮਨੁੱਖ ਹੀ ਪਾਉਂਦਾ ਹੈ। ਜਿਨ੍ਹਾਂ ਪ੍ਰਮਾਤਮਾ ਦਾ ਨਾਮ ਰਸ, ਪ੍ਰਮਾਤਮਾ ਦਾ ਨਾਮ ਅੰਮ੍ਰਿਤ ਪੀ ਲਿਆ, ਉਹ ਮਨੁੱਖ ਅਮਰ ਹੋ ਜਾਂਦਾ ਹੈ। ਉਹ ਮੁੜ ਮੁੜ ਆਤਮਕ ਮੌਤੇ ਨਹੀਂ ਮਰਦਾ। ਆ ਜੀਵਨ ਦੇ ਲਈ ਉਹ ਸਥਿਰਤਾ ਵਾਲੀ ਸਥਿਤੀ ਨੂੰ
ਹਾਸਲ ਕਰ ਲੈਂਦਾ ਹੈ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾਕੈ ਮਨ ਪ੍ਰਗਟੇ ਗੁਣਤਾਸ। ਗੁਣਾਂ ਦਾ ਖਜ਼ਾਨਾ ਪ੍ਰਭੂ ਜਿਸ ਮਨੁੱਖ ਦੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਉਸ ਮਨੁੱਖ ਦਾ ਕਦੇ ਵੀ ਨਾਸ ਨਹੀਂ ਹੁੰਦਾ। ਉਹ ਮਨੁੱਖ ਕਦੇ ਵੀ ਆਪਣੀ ਸਥਿਰਤਾ ਵਾਲੀ ਸਥਿਤੀ ਤੋਂ ਡੋਲਦਾ ਨਹੀਂ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ। ਸਤਿਗੁਰੂ ਅੱਠੇ ਪਹਿਰ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੇ ਇਹੀ ਸੱਚਾ ਉਪਦੇਸ਼ ਆਪਣੇ ਸੇਵਕਾਂ ਨੂੰ ਵੀ ਦਿੰਦਾ ਹੈ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮਹਿ ਰਾਖੈ ਹਰ ਹਰ ਏਕ। ਸਤਿਗੁਰੂ ਦਾ ਮਾਇਆ ਦੇ ਮੋਹ ਨਾਲ ਕਦੇ ਵੀ ਕੋਈ ਜੋੜ ਨਹੀਂ ਹੁੰਦਾ। ਉਹਦੇ ਮਨ ਵਿੱਚ ਸਦਾ ਹੀ ਇੱਕ ਪ੍ਰਮਾਤਮਾ ਟਿਕਿਆ ਹੁੰਦਾ ਹੈ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਾਂ ਤੇ ਨਾਸੇ। ਹੇ ਨਾਨਕ, ਜਿਸ ਮਨੁੱਖ ਦੇ ਅੰਦਰ ਗਿਆਨ ਦਾ ਦੀਪਕ ਬਲ ਪਿਆ, ਗਿਆਨ ਦੇ ਦੀਪਕ ਦੇ ਪ੍ਰਕਾਸ਼ ਦੇ ਨਾਲ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਉਹਦੇ ਸਾਰੇ ਹੀ ਭਰਮ ਭੁਲੇਖੇ, ਮਾਇਆ ਦੇ ਮੋਹ ਤੇ ਇਹਦੇ ਤੋਂ ਪੈਦਾ ਹੋਣ ਵਾਲੇ ਦੁੱਖ ਦੂਰ ਹੋ ਜਾਂਦੇ ਨੇ। ਤਪਤ ਮਾਹੇ ਠੰਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ। ਹੇ ਭਾਈ, ਗੁਰੂ ਦੇ ਪੂਰੇ ਉਪਦੇਸ਼ ਦੁਆਰਾ, ਸਾਧੂ ਕੇ ਪੂਰਨ ਉਪਦੇਸ਼ੇ, ਗੁਰੂ ਦੇ ਪੂਰੇ ਉਪਦੇਸ਼ ਦੇ ਦੁਆਰਾ ਤਪਤ ਮਾਹੇ ਠਾਂਡ ਵਰਤਾਈ। ਹਾਲਾਂਕਿ ਅਸੀਂ ਵਿਕਾਰਾਂ ਭਰੇ ਸੰਸਾਰ ਦੇ ਵਿੱਚ ਵਸਦੇ ਹਾਂ, ਸਾਡੇ ਆਸ-ਪਾਸ ਵਿਕਾਰਾਂ ਦੀ ਤਪਸ਼ ਹੈ, ਪਰ ਗੁਰੂ ਦੇ ਉਪਦੇਸ਼ ਨੇ ਸਾਡੇ ਮਨ ਵਿੱਚ ਠੰਡ ਵਰਤਾਈ ਹੈ। ਆਨੰਦ ਭਇਆ ਦੁੱਖ ਨਾਠੇ ਭਾਈ। ਗੁਰੂ ਦੇ ਉਪਦੇਸ਼ ਦੁਆਰਾ ਸਾਡੇ ਮਨ ਦੇ ਵਿੱਚ ਆਨੰਦ ਹੀ ਆਨੰਦ ਹੋ ਗਿਆ ਹੈ, ਸਾਰੇ ਹੀ ਦੁੱਖ ਨਸ ਗਏ ਹਨ। ਜਨਮ ਮਰਨ ਕੇ ਮਿਟੇ ਅੰਦੇਸੇ। ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਫਿਕਰ ਵੀ ਮੁੱਕ ਗਿਆ ਹੈ। ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਖੈ ਨਸੇ। ਸਾਡਾ ਸਾਰਾ ਹੀ ਡਰ ਮੁੱਕ ਗਿਆ, ਹੁਣ ਅਸੀਂ ਨਿਡਰ ਹੋ ਕੇ ਇਸ ਸੰਸਾਰ ਦੇ ਵਿੱਚ ਵਸਦੇ ਹਾਂ। ਮਨ ਦੇ ਸਾਰੇ ਹੀ ਰੋਗ ਮਨ ਤੋਂ ਵਿਸਰ ਗਏ ਨੇ। ਜਿਸ ਕਾ ਸਾ ਤਿਨ ਕਿਰਪਾ ਧਾਰੀ। ਅਸੀਂ ਜਿਸ ਦੇ ਬਣੇ ਸਾਂ, ਉਸ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਸਾਧ ਸੰਗ ਜਪ ਨਾਮ ਮੁਰਾਰੀ। ਤੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਸਾਡੇ ਤੇ ਇਹ ਕਿਰਪਾ ਕੀਤੀ ਹੈ ਕਿ ਅਸੀਂ ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਮੁਰਾਰੀ ਪ੍ਰਮਾਤਮਾ ਦਾ ਨਾਮ ਜਪ ਪਾਏ ਹਾਂ। ਥਿਤ ਪਾਈ ਚੂਕੇ ਭ੍ਰਮ ਗਵਨ। ਸਾਡੇ ਸਾਰੇ ਹੀ ਭਰਮ ਦੂਰ ਹੋ ਗਏ ਨੇ। ਅਸੀਂ ਥਿਤ ਪਾ ਲਈ ਹੈ, ਸ਼ਾਂਤੀ ਹਾਸਲ ਕਰ ਲਈ ਹੈ। ਸੁਨ ਨਾਨਕ ਹਰ ਹਰ ਜਸ ਸਰਵਨ। ਕਿਵੇਂ ਪਾਈ ਹੈ ਸ਼ਾਂਤੀ? ਕਿਵੇਂ ਸਾਨੂੰ ਥਿਤ ਹਾਸਲ ਹੋਈ ਹੈ? ਹੇ ਨਾਨਕ, ਆਪਣੇ ਕੰਨਾਂ ਦੇ ਰਾਹੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਸੁਣ ਕੇ, ਉਸ ਪ੍ਰਭੂ ਦਾ ਜਸ ਸੁਣ ਕੇ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੇ ਮੋਹੀ। ਆਪਣੀ ਕਲਾ ਵਰਤਾ ਕੇ, ਆਪਣੀ ਤਾਕਤ ਕਾਇਮ ਕਰਕੇ, ਜਿਸ ਪ੍ਰਮਾਤਮਾ ਨੇ ਸਾਰੇ ਜਗਤ ਨੂੰ ਮੋਹਿਆ ਹੈ, ਸਾਰੇ ਜਗਤ ਨੂੰ ਮਾਇਆ ਦੇ ਮੋਹ ਦੇ ਵਿੱਚ ਪਾਇਆ ਹੈ, ਉਹ ਪ੍ਰਮਾਤਮਾ ਖੁਦ ਨਿਰਗੁਣ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਪਰ ਸਰਗੁਣ ਵੀ ਹੈ। ਮਾਇਆ ਰੂਪੀ ਸੰਸਾਰ ਦੀ ਹਰ ਸ਼ੈ ਦੇ ਵਿੱਚ ਵਸਿਆ ਹੋਇਆ ਵੀ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਪ੍ਰਭੂ ਨੇ ਆਪਣੇ ਖੇਲ ਤਮਾਸ਼ੇ ਆਪ ਹੀ ਬਣਾਏ ਹਨ ਤੇ ਆਪਣੀ ਕੀਮਤ ਉਹ ਆਪ ਹੀ ਪਾ ਸਕਦਾ ਹੈ। ਮਨੁੱਖ ਕੋਲੇ ਜਾਂ ਕਿਸੇ ਵੀ ਹੋਰ ਜੀਵ ਕੋਲ ਇੰਨੀ ਤਾਕਤ ਨਹੀਂ ਕਿ ਉਸ ਪ੍ਰਮਾਤਮਾ ਦੀ ਕੀਮਤ ਪਾ ਸਕੇ। ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਏਕੋ ਸੋਈ। ਉਸ ਪ੍ਰਮਾਤਮਾ ਦੇ ਵਰਗਾ, ਉਹਦੇ ਬਰਾਬਰ ਦਾ ਦੂਜਾ ਕੋਈ ਵੀ ਨਹੀਂ ਹੈ। ਉਹ ਪ੍ਰਮਾਤਮਾ ਸਾਰੇ ਹੀ ਜੀਵਾਂ ਦੇ ਅੰਦਰ ਇੱਕ ਰਸ ਨਿਰੰਤਰ ਰੂਪ ਦੇ ਵਿੱਚ ਮੌਜੂਦ ਹੈ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ।
ਸਾਧ ਸੰਗਤ ਦੇ ਵਿੱਚ ਜੁੜ ਕੇ ਗੁਰੂ ਦੇ ਉਪਦੇਸ਼ ਸੁਣ ਕੇ ਸਾਨੂੰ ਇਹ ਸਮਝ ਪੈਂਦੀ ਹੈ, ਸਾਡੇ ਮਨ ਦੇ ਵਿੱਚ ਇਸ ਗੱਲ ਦਾ ਪ੍ਰਕਾਸ਼ ਹੁੰਦਾ ਹੈ ਕਿ ਪ੍ਰਮਾਤਮਾ ਤਾਣੇ ਪੇਟੇ ਵਾਂਗ ਸਾਰੇ ਹੀ ਰੂਪਾਂ ਅਤੇ ਸਾਰੇ ਹੀ ਰੰਗਾਂ ਦੇ ਵਿੱਚ ਵਿਆਪਕ ਹੈ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚ ਕੇ ਆਪਣੀ ਜੋਤ ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਵਸਾਈ ਹੈ, ਨਾਨਕ ਬਹੁਤ ਵਾਰ ਉਸ ਪ੍ਰਭੂ ਤੋਂ ਸਦਕੇ ਜਾਂਦਾ ਹੈ, ਬਲਿਹਾਰੇ ਜਾਂਦਾ ਹੈ। ਸੁਖਮਣੀ ਸਾਹਿਬ ਜੀ ਦੀ ਬਾਣੀ ਦੀ 18ਵੀਂ ਅਸ਼ਟਪਦੀ ਦੇ ਵਿੱਚ ਗੁਰੂ ਜੀ ਨੇ ਸਾਨੂੰ ਸਤਿਗੁਰੂ ਦੀ ਪਰਿਭਾਸ਼ਾ ਦੱਸੀ ਹੈ ਕਿ ਗੁਰੂ ਕੌਣ ਹੈ। ਗੁਰੂ ਅਤੇ ਸਿੱਖ ਦੇ ਰਿਸ਼ਤੇ ਨੂੰ ਵੀ ਬਿਆਨ ਕੀਤਾ ਹੈ ਕਿ ਉਹਨਾਂ ਦਾ ਰਿਸ਼ਤਾ ਕਿਸ ਪ੍ਰਕਾਰ ਦਾ ਹੁੰਦਾ ਹੈ। ਸਾਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਅਸੀਂ ਗੁਰੂ ਦੇ ਅੱਗੇ ਆਪਣਾ ਮਨ ਨਿਸ਼ਾਵਰ ਕਰ ਦਈਏ, ਆਪਣੇ ਆਪ ਨੂੰ ਨੀਵੇਂ ਸਮਝ ਕੇ ਗੁਰੂ ਨੂੰ ਉੱਚਾ ਸਮਝੀਏ। ਤੇ ਨਾਲ ਦੀ ਨਾਲ ਸਾਨੂੰ ਇਹ ਵੀ ਦੱਸਿਆ ਹੈ ਕਿ ਅਸੀਂ ਆਪਣੀਆਂ ਚਤੁਰਾਈਆਂ ਦੇ ਨਾਲ ਗੁਰੂ ਨੂੰ ਹਾਸਲ ਨਹੀਂ ਕਰ ਸਕਦੇ। ਜੇ ਸਾਡੇ ਤੇ ਪ੍ਰਮਾਤਮਾ ਦੀ ਮਿਹਰ ਹੋਏ ਤਾਂ ਹੀ ਅਸੀਂ ਗੁਰੂ ਦੇ ਲੜ ਲੱਗ ਸਕਦੇ ਹਾਂ। ਅਸੀਂ ਗੁਰੂ ਦੇ ਲੜ ਲੱਗੇ ਹੋਏ ਹਾਂ, ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਪ੍ਰਮਾਤਮਾ ਨੇ ਸਾਡੇ ਤੇ ਇੰਨੀ ਮਿਹਰ ਕੀਤੀ ਹੈ। ਆਓ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਆਪਣੀ ਮਿਹਰ ਆਪਣੇ ਤੇ ਇਸੇ ਪ੍ਰਕਾਰ ਹੀ ਬਣਾਈ ਰੱਖੇ, ਸਾਡੇ ਇਸ ਕਾਫਲੇ ਨੂੰ ਹੋਰ ਵੀ ਲੰਬਾ ਕਰੇ, ਹੋਰ ਜ਼ਿਆਦਾ ਮਨੁੱਖਾਂ ਦੇ ਉੱਪਰ ਪ੍ਰਮਾਤਮਾ ਮਿਹਰ ਕਰੇ ਕਿ ਉਹ ਵੀ ਗੁਰੂ ਦੇ ਲੜ ਲੱਗ ਸਕਣ। ਆਓ ਅਸੀਂ ਆਪਣਾ ਬਣਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਗੁਰੂ ਦੇ ਨਾਲ ਜੁੜ ਸਕਣ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।